ਸਰਕਾਰੀ ਸੈਲਫ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਨਾਰਾਇਣਗੜ੍ਹ ਦੇ ਪਿਆਰੇ ਵਿਦਿਆਰਥੀਓ, ਅੱਜ ਅਸੀਂ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਦੇ ਇੱਕ ਨਵੇਂ ਚੈਪਟਰ ਨੂੰ ਛੂਹਾਂਗੇ। ਸ਼ਬਦਕੋਸ਼ ਵਾਚਣ ਦੀ ਵਿਧੀ। ਪਿਆਰੇ ਬੱਚਿਓ, ਤੁਹਾਡੀ ਪਾਠ ਪੁਸਤਕ ਦੇ ਪੰਨਾ ਨੰਬਰ 134 ਦੇ ਉੱਤੇ ਸ਼ਬਦਕੋਸ਼ ਵਾਚਣ ਦੀ ਵਿਧੀ ਦੇ ਵੱਖ-ਵੱਖ ਨੁਕਤੇ ਲਿਖੇ ਗਏ ਹਨ, ਜਿਨ੍ਹਾਂ ਵਿੱਚ ਆਪਾਂ ਪਹਿਲਾਂ ਗੱਲ ਕਰਾਂਗੇ ਕਿ ਸ਼ਬਦਕੋਸ਼ ਕਿਸ ਨੂੰ ਕਿਹਾ ਜਾਂਦਾ ਹੈ। ਨਾਂ ਤੋਂ ਹੀ ਪਤਾ ਲੱਗਦਾ ਹੈ। ਅੰਗਰੇਜ਼ੀ ਦੇ ਵਿੱਚ ਤੁਸੀਂ ਬਾਖੂਬੀ ਜਾਣਦੇ ਹੋ ਸਾਰੇ ਕਿ ਡਿਕਸ਼ਨਰੀ ਤੁਸੀਂ ਅਕਸਰ ਅੰਗਰੇਜ਼ੀ ਦੇ ਵਿੱਚ ਸ਼ਬਦਾਂ ਦੇ ਅਰਥ ਮੀਨਿੰਗ ਲੱਭਣ ਵਾਸਤੇ ਵਰਤੋਂ ਵਿੱਚ ਲੈ ਕੇ ਆਉਂਦੇ ਹੋ। ਸੇਮ ਇਸੇ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਵੀ ਡਿਕਸ਼ਨਰੀ ਨੂੰ ਅਸੀਂ ਸ਼ਬਦਕੋਸ਼ ਕਹਿੰਦੇ ਹਾਂ। ਪੰਜਾਬੀ ਦੀਆਂ ਵੀ ਬਹੁਤ ਸਾਰੀਆਂ ਡਿਕਸ਼ਨਰੀਜ਼ ਹਨ, ਜਿਨ੍ਹਾਂ ਰਾਹੀਂ ਅਸੀਂ ਵੱਖ-ਵੱਖ ਸ਼ਬਦਾਂ ਦੇ ਅਰਥ ਜਿਹੜੇ ਆ ਲੱਭਦੇ ਹਾਂ। ਸ਼ਬਦਕੋਸ਼ ਦੇ ਜੇ ਅਸੀਂ ਸ਼ਬਦੀ ਅਰਥ ਜਾਣੀਏ ਤਾਂ ਸ਼ਬਦਕੋਸ਼ ਭਾਵ ਅਜਿਹਾ ਸੰਗ੍ਰਹਿ ਇਕੱਠ ਜਿਹਦੇ ਵਿੱਚ ਸ਼ਬਦਾਂ ਦੇ ਅਰਥ ਦੇਖੇ ਜਾਂਦੇ ਹਨ, ਲੱਭੇ ਜਾਂਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ਼ਬਦਕੋਸ਼ ਇੱਕ ਅਜਿਹਾ ਸੰਗ੍ਰਹਿ ਹੁੰਦਾ ਹੈ ਜਿਸ ਵਿੱਚ ਇੱਕ ਤਾਂ ਸ਼ਬਦਾਂ ਨੂੰ ਕ੍ਰਮਵਾਰ ਦਿੱਤਾ ਹੁੰਦਾ ਹੈ, ਦੂਸਰਾ ਸ਼ਬਦਾਂ ਦੇ ਅਰਥ ਤੋਂ ਭਾਵ ਵੀ ਦਿੱਤੇ ਜਾਂਦੇ ਹਨ। ਇਹ ਦੋ ਤਰ੍ਹਾਂ ਦੇ ਸ਼ਬਦ ਇੱਦਾਂ ਦੇ ਸਾਨੂੰ ਮਿਲਦੇ ਹਨ। ਜਿਸ ਤਰ੍ਹਾਂ ਇੱਕ ਤਾਂ ਸ਼ਬਦਕੋਸ਼ ਹੈ ਜਿਹਨੂੰ ਡਿਕਸ਼ਨਰੀ ਕਹਿੰਦੇ ਆ, ਦੂਸਰਾ ਇੱਕ ਹੋਰ ਇੱਦਾਂ ਦਾ ਹੀ ਸਾਡੇ ਕੋਲ ਹੋਰ ਸ਼ਬਦ ਆਉਂਦਾ ਹੈ ਵਿਸ਼ਵਕੋਸ਼, ਜਿਹਨੂੰ ਐਨਸਾਈਕਲੋਪੀਡੀਆ ਕਹਿੰਦੇ ਹਾਂ। ਇੱਥੇ ਸਾਡਾ ਸੰਬੰਧ ਸ਼ਬਦਕੋਸ਼ ਨਾਲ ਹੈ। ਸਾਨੂੰ ਪੇਪਰ ਦੇ ਵਿੱਚ ਇੱਕ ਅਜਿਹਾ ਸਵਾਲ ਆਉਂਦਾ ਹੈ ਕਿ ਕੁਝ ਸ਼ਬਦ ਸਾਡੇ ਕੋਲ ਲਿਖੇ ਆਉਂਦੇ ਹਨ ਜਿਨ੍ਹਾਂ ਨੂੰ ਕਿ ਅਸੀਂ ਤਰਤੀਬ ਦੇ ਵਿੱਚ ਲਿਖ ਕੇ ਪੂਰੇ ਅੰਕ ਲੈਣੇ ਹੁੰਦੇ ਹਨ। ਜਿਹੜੇ ਬੱਚੇ ਇਹਨੂੰ ਧਿਆਨ ਨਾਲ ਸਮਝ ਲੈਂਦੇ ਹਨ ਉਹਨਾਂ ਦੇ ਨੰਬਰ ਪੂਰੇ ਇਹਦੇ ਵਿੱਚੋਂ ਆਉਂਦੇ ਹਨ। ਪਿਆਰੇ ਬੱਚਿਓ, ਇੱਥੇ ਆਪਾਂ ਸਮਝਾਂਗੇ ਕਿ ਸ਼ਬਦਕੋਸ਼ ਕਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ। ਭਾਈ ਕਾਹਨ ਸਿੰਘ ਨਾਭਾ ਦਾ ਬਹੁਤ ਵੱਡਾ ਸ਼ਬਦਕੋਸ਼ ਸਾਨੂੰ ਲਾਇਬ੍ਰੇਰੀ ਦੇ ਵਿੱਚ ਵੀ ਮੌਜੂਦ ਹੈ, ਪੜ੍ਹਨ ਨੂੰ ਮਿਲਦਾ ਹੈ। ਹੋਰ ਵੀ ਬਹੁਤ ਸਾਰੇ ਸ਼ਬਦ ਹਨ। ਅਸੀਂ ਇੱਥੇ ਦੇਖਦੇ ਹਾਂ ਕਿਤਾਬ ਦੇ ਵਿੱਚ ਕਿ ਸ਼ਬਦਕੋਸ਼ ਵਾਚਣ ਲਈ, ਦੇਖਣ ਲਈ ਸਾਨੂੰ ਕੁਝ ਨਿਯਮ ਦਿੱਤੇ ਗਏ ਹਨ ਜੋ ਹਰ ਵਿਦਿਆਰਥੀ ਨੂੰ ਆਉਣੇ ਚਾਹੀਦੇ ਹਨ। ਪਹਿਲਾ ਨਿਯਮ ਹੈ 35। ਸਾਡੀ ਵਰਨਮਾਲਾ ਦੇ 35 ਅੱਖਰ ਨੇ ਜਿਹੜੇ ਊੜਾ ਤੋਂ ਲੈ ਕੇ ਰਾੜਾ ਤੱਕ, ਉਹ ਸਾਰੇ ਬੱਚਿਆਂ ਨੂੰ ਤਰਤੀਬਵਾਰ ਆਉਣੇ ਜ਼ਰੂਰੀ ਹਨ। ਵਰਗ ਵਾਈਜ਼, ਜੇਕਰ ਸਾਨੂੰ ਸਤਰ ਵਾਈਜ਼ ਉਹ ਸ਼ਬਦ ਯਾਦ ਨਹੀਂ ਹੈ 35, ਤਾਂ ਸਾਨੂੰ ਸ਼ਬਦ ਲੱਭਣ ਦੇ ਵਿੱਚ ਮੁਸ਼ਕਲ ਆਉਂਦੀ ਹੈ। ਇੱਥੇ ਇਹ 35 ਬਣੀ ਹੋਈ ਹੈ, ਮੈਂ ਤੁਹਾਨੂੰ ਦਿਖਾ ਰਿਹਾ। ਊੜਾ, ਐੜਾ, ਈੜੀ, ਸੱਸਾ, ਹਾਹਾ, ਕੱਕਾ, ਕੱਖਾ, ਗੱਗਾ, ਘੱਗਾ, ਹੂੰ, ਚੱਚਾ, ਛੱਛਾ, ਜੱਜਾ, ਝੱਜਾ, ਹਈਆਂ, ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਤੱਤਾ, ਥੱਥਾ, ਦੱਦਾ, ਤੱਦਾ, ਨੰਨਾ, ਪੱਪਾ, ਫੱਫਾ, ਬੱਬਾ, ਪੱਬਾ, ਮੰਮਾ, ਯਈਆ, ਰਾਰਾ, ਲੱਲਾ, ਵਾਵਾ, ਰਾੜਾ। ਇਹ 35 ਅੱਖਰ ਹਨ ਊੜਾ ਤੋਂ ਲੈ ਕੇ ਰਾੜਾ ਤੱਕ। ਤੁਸੀਂ ਦੇਖੋਗੇ ਕਿ ਇਹ ਵਰਗ ਵੰਡੇ ਹੋਏ ਹਨ। ਊੜਾ ਵਰਗ, ਕ ਵਰਗ, ਚ ਵਰਗ, ਟ ਵਰਗ, ਤ ਵਰਗ, ਪ ਵਰਗ, ਯ ਵਰਗ। ਇਹ ਸਾਰੇ ਤੁਹਾਨੂੰ ਲੜੀਵਾਰ ਜਿਹੜੇ, ਜਿਸ ਤਰ੍ਹਾਂ ABC ਤੁਸੀਂ 26 ਅਲਫਾਬੈਟ ਜਿਹੜੇ ਯਾਦ ਨੇ A to Z ਤੱਕ, ਸੇਮ ਇੱਦਾਂ ਹੀ ਪੰਜਾਬੀ ਦੇ ਵਿੱਚ ਵੀ ਸਾਨੂੰ ਊੜਾ ਤੋਂ ਲੈ ਕੇ ਰਾੜਾ ਤੱਕ ਇਹ ਯਾਦ ਹੋਣੇ ਚਾਹੀਦੇ ਹਨ। ਜੇਕਰ ਸਾਨੂੰ ਅੱਖਰਾਂ ਦੀ ਤਰਤੀਬ ਪਤਾ ਹੋਏਗੀ ਤਾਂ ਸਾਨੂੰ ਸ਼ਬਦਕੋਸ਼ ਲੱਭਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਦੂਸਰਾ ਨਿਯਮ ਹੈ ਜਿਹੜਾ, ਅਸੀਂ ਸ਼ਬਦਕੋਸ਼ ਦੇਖਣ ਲਈ ਲਗਾ ਮਾਤਰਾ ਅਤੇ ਲਗਾਖਰ। ਲਗਾਂ ਸਾਡੇ ਕੋਲ ਜਿਹੜੀਆਂ ਨੇ ਪੰਜਾਬੀ ਦੇ ਵਿੱਚ 10 ਹਨ। ਪਹਿਲੀ ਲਗ ਜਿਹੜੀ ਅਸੀਂ ਇੱਥੇ ਵਰਤੋਂ ਸਾਡੇ ਕੋਲ ਨਹੀਂ ਆਏਗੀ, ਉਹਨੂੰ ਮੁਕਤਾ ਲਗ ਕਹਿੰਦੇ ਹਾਂ। ਦੂਜੀ, ਉਸ ਤੋਂ ਬਾਅਦ ਕੰਨਾ ਹੈ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਘਨੌੜਾ। ਇਹ ਲਗਾਂ ਸਾਨੂੰ ਤਰਤੀਬ ਦੇ ਵਿੱਚ ਇੱਦਾਂ ਪਤਾ ਹੋਣੀ ਚਾਹੀਦੀਆਂ ਨੇ ਕਿ ਪਹਿਲਾਂ ਕੰਨਾ ਹੈ, ਫਿਰ ਸਿਹਾਰੀ, ਫਿਰ ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ,
ਤੇ ਘਨੌੜਾ। ਤੀਸਰਾ ਜਿਹੜਾ ਅਸੀਂ ਧਿਆਨ ਰੱਖਣਾ ਹੈ ਸ਼ਬਦਕੋਸ਼ ਦੇਖਣ ਲਈ, ਉਹ ਸਾਡੇ ਕੋਲ ਲਗਾਖਰ। ਲਗਾਖਰ ਪੰਜਾਬੀ ਦੇ ਵਿੱਚ ਸਾਡੇ ਕੋਲ 3 ਹਨ: ਬਿੰਦੀ, ਟਿੱਪੀ, ਅਧਿਕ। ਬਿੰਦੀ, ਟਿੱਪੀ, ਅਧਿਕ। ਇਹ ਦੇਖਣ ਨੂੰ ਭਾਵੇਂ ਲਗਾਂ ਲੱਗਦੀਆਂ ਨੇ, ਪਰ ਇਹ ਲਗਾਂ ਨਹੀਂ ਹਨ। ਇਹਨਾਂ ਨੂੰ ਅਸੀਂ ਲਗਾਖਰ ਕਹਿੰਦੇ ਹਾਂ। ਇਹ ਜਿਹੜੇ ਆ ਇਹ ਵੀ ਕਾਫੀ ਇੰਪੋਰਟੈਂਟ ਨੇ। ਜੇਕਰ ਪਹਿਲਾ ਅੱਖਰ, ਸ਼ਬਦ ਦਾ ਪਹਿਲਾ ਅੱਖਰ ਬਰਾਬਰ ਹੋਵੇ, ਸੇਮ ਹੋਵੇ, ਇੱਕੋ ਸਾਰ ਹੋਵੇ, ਤਾਂ ਫਿਰ ਅਸੀਂ ਉਹਦੇ ਨਾਲ ਲਗਾਂ ਦੇਖਦੇ ਹਾਂ। ਜੇ ਲਗਾਂ ਵੀ ਸੇਮ ਹੋਣ ਤਾਂ ਅਸੀਂ ਫਿਰ ਲਗਾਖਰ ਨੂੰ ਅੱਗੇ ਲੱਭਾਂਗੇ। ਇਸ ਤਰ੍ਹਾਂ ਅਸੀਂ ਸ਼ਬਦਕੋਸ਼ ਨੂੰ ਜਿਹੜਾ ਧਿਆਨ ਨਾਲ ਜਿਹੜਾ ਤਰਤੀਬ ਦੇ ਸਕਦੇ ਹਾਂ। ਪਿਆਰੇ ਬੱਚਿਓ, ਸਾਡੇ ਕੋਲ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਬਹੁਤ ਸਾਰੇ ਜਿਹੜੇ ਇੱਦਾਂ ਜੋੜੇ ਜਿਹੜੇ ਨੇ ਸ਼ਬਦਕੋਸ਼ ਦੇ, ਉਹ ਹੈਗੇ ਨੇ, ਜਿਨ੍ਹਾਂ ਦਾ ਅਸੀਂ ਅਭਿਆਸ ਕਰਕੇ ਉਹਨੂੰ ਸਮਝ ਸਕਦੇ ਹਾਂ। ਜਿਸ ਤਰ੍ਹਾਂ ਇਹਦੇ ਵਿੱਚ ਉਦਾਸੀ, ਉੱਤਰ, ਅਹੰਕਾਰ, ਇੱਕੜ ਦੁੱਕੜ, ਅੱਕਣਾ, ਸਹਿਕਾਰੀ। ਹੁਣ ਅਸੀਂ ਦੇਖਦੇ ਹਾਂ ਕਿ ਇਹਨਾਂ ਨੂੰ ਅਸੀਂ ਤਰਤੀਬ ਦੇਣੀ ਹੈ। ਇੱਦਾਂ ਦਿੱਤੀ ਹੋਈ ਹੈ। ਤਰਤੀਬ ਦੇਣ ਲਈ ਪਹਿਲਾਂ ਅਸੀਂ ਦੇਖਾਂਗੇ ਕਿ 35 ਦੇ ਵਿੱਚ ਸਾਡੇ ਕੋਲ ਪਹਿਲਾ ਅੱਖਰ ਕਿਹੜਾ ਆਉਂਦਾ? ਊੜਾ। ਊੜਾ ਵਾਲੇ ਸਾਡੇ ਕੋਲ 2 ਹਨ। ਫਿਰ ਅਸੀਂ ਜਦੋਂ ਅੱਖਰ ਇਕਸਾਰ ਆ ਗਏ, ਫਿਰ ਅਸੀਂ ਲਗ ਦੇਖਦੇ ਹਾਂ। ਲਗ ਦੋਹਾਂ ਨੂੰ ਔਂਕੜ ਹੈ, ਇਹਨੂੰ ਵੀ ਔਂਕੜ ਹੈ। ਫਿਰ ਅਸੀਂ ਕੀ ਦੇਖਾਂਗੇ? ਦੂਸਰਾ ਅੱਖਰ। ਦੂਸਰਾ ਅੱਖਰ ਤੱਤਾ ਪਹਿਲਾਂ ਆਉਂਦਾ ਹੈ, ਦੱਦਾ ਬਾਅਦ 'ਚ ਆਉਂਦਾ ਹੈ। ਇਸ ਕਰਕੇ ਅਸੀਂ ਉੱਤਰ ਜਿਹੜਾ ਪਹਿਲਾਂ ਲਿਖਾਂਗੇ, ਫਿਰ ਉਦਾਸੀ ਦੂਜੇ ਨੰਬਰ 'ਤੇ। ਇਸੇ ਤਰ੍ਹਾਂ ਹੀ ਅਹੰਕਾਰ ਅਤੇ ਅੱਕਣਾ, ਇਹ ਸਾਡੇ ਕੋਲ 2 ਸ਼ਬਦ ਆੜੇ ਨਾਲ ਸ਼ੁਰੂ ਹੋਣ ਵਾਲੇ ਨੇ। ਇਸ ਕਰਕੇ ਫਿਰ ਅਸੀਂ ਇਸ ਤੋਂ ਬਾਅਦ ਕੀ ਦੇਖਾਂਗੇ ਕਿ ਦੂਜਾ ਅੱਖਰ ਹਾਹਾ ਪਹਿਲਾਂ ਆਉਂਦਾ ਹੈ, ਕੱਕਾ ਬਾਅਦ 'ਚ ਆਉਂਦਾ ਹੈ। ਇਸ ਕਰਕੇ ਅਹੰਕਾਰ ਅਤੇ ਅੱਕਣਾ। ਉਸ ਤੋਂ ਬਾਅਦ ਆਉਂਦਾ ਹੈ ਈੜੀ ਅੱਖਰ। ਈੜੀ ਅੱਖਰ ਵਾਲਾ ਇੱਕੋ ਹੀ ਸ਼ਬਦ ਹੈ, ਇੱਕੜ ਦੁੱਕੜ, ਉਹ ਅੱਗੇ ਆ ਜਾਏਗਾ। ਈੜੀ ਤੋਂ ਬਾਅਦ ਸੱਸਾ ਆਉਂਦਾ ਹੈ, ਸਹਿਕਾਰੀ ਲਾਸਟ ਵਿੱਚ ਆ ਜਾਏਗਾ। ਇਸ ਤਰ੍ਹਾਂ ਅਸੀਂ ਇਹ ਸਾਰੇ ਜੋੜੇ ਦੀ ਤਰਤੀਬ ਦੇ ਦੇਵਾਂਗੇ। ਪਹਿਲਾ ਉੱਤਰ, ਫਿਰ ਉਦਾਸੀ, ਅਹੰਕਾਰ, ਅੱਕਣਾ, ਇੱਕੜ ਦੁੱਕੜ, ਸਹਿਕਾਰੀ। ਇਸ ਤਰ੍ਹਾਂ ਪਿਆਰੇ ਬੱਚਿਓ, ਤੁਸੀਂ ਇਹ ਵੱਖ-ਵੱਖ ਜਿੰਨੇ ਜੋੜੇ ਦਿੱਤੇ ਨੇ, ਇਹਨਾਂ ਸਾਰਿਆਂ ਦਾ ਅਭਿਆਸ ਘਰੇ ਬੈਠ ਕੇ ਆਪਣੀਆਂ ਕਾਪੀਆਂ 'ਤੇ ਕਰਨਾ ਹੈ, ਤਾਂ ਕਿ ਅਸੀਂ ਸ਼ਬਦਕੋਸ਼ ਦੇ ਵਿੱਚੋਂ ਜਿਹੜਾ ਵਾਚਣ ਦਾ ਇਹ ਪ੍ਰਸ਼ਨ ਆਉਂਦਾ ਹੈ, ਉਸ ਵਿੱਚੋਂ ਪੂਰੇ ਅੰਕ ਪ੍ਰਾਪਤ ਕਰ ਸਕੀਏ। ਮੈਨੂੰ ਆਸ ਹੈ ਕਿ ਤੁਸੀਂ ਇਹ ਜਿਹੜਾ ਸਮਝ ਗਏ ਹੋਵੋਗੇ। ਅਗਲੇ ਲੈਕਚਰ ਦੇ ਵਿੱਚ ਹੋਰ ਗੱਲ ਕਰਾਂਗੇ। ਧੰਨਵਾਦ।